ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ। ਸ੍ਰੀ ਰਾਗ ਮਹੱਲਾ ਪਹਿਲਾ। ਲੇਖੈ ਬੋਲਣ ਬੋਲਣਾ, ਲੇਖੇ ਖਾਣਾ ਖਾਓ। ਲੇਖੈ ਵਾਟ ਚਲਾਈਐ, ਲੇਖੈ ਸੁਣ ਵੇਖਾਓ। ਲੇਖੈ ਸਾਹ ਵਲਾਹੀਐ, ਪੜ੍ਹੇ ਕੇ ਪੁੱਛਣ ਜਾਓ। ਬਾਬਾ ਮਾਇਆ ਰਚਨਾ ਤੋ, ਅੰਧੈ ਨਾਮ ਵਿਸਾਰਿਆ। ਨਾ ਤਿਸ ਇਹ ਨਾ ਉਹ ਰਹਾਉ, ਜੀਵਨ ਮਰਨਾ ਜਾਏ ਕੈ। ਇਥੈ ਖਾਜੇ ਕਾਲ, ਜਿਥੈ ਬਹਿ ਸਮਝਾਈਐ। ਤਿਥੈ ਕੋਈ ਨਾ ਚਲਿਓ ਨਾਲ, ਰੋਵਣ ਵਾਲੇ ਜੇ ਤੜੇ। ਸਭ ਬੰਨੇ ਪੰਡ ਪਰਾਲ, ਸਭ ਕੋ ਆਖੇ ਬਹੁਤ ਬਹੁਤ। ਘਟ ਨਾ ਆਖੇ ਕੋਏ, ਕੀਮਤ ਕਿਨੈ ਨਾ ਪਾਈਐ। ਕਹਿਣ ਨਾ ਵੱਡਾ ਹੋਏ, ਸਾਚਾ ਸਾਹਿਬ ਏਕ ਤੂੰ। ਹੋਰ ਜੀਆਂ ਕੀਤੇ ਲੋ, ਨੀਚਾਂ ਅੰਦਰ ਨੀਚ ਜਾਤ। ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ। ਵੱਡਿਆਂ ਸਿਉ ਕਿਆ ਰੀਸ, ਜਿਥੈ ਨੀਚ ਸੰਭਾਲੀਅਨ। ਤਿਥੈ ਨਦਰ ਤੇਰੀ ਬਖਸ਼ੀਸ਼। ਜੁਗੋ ਜੁਗ ਅਟਲ ਸਤਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ 'ਚ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਓ ਸਭ ਤੋਂ ਪਹਿਲਾਂ ਅਦਬ ਸਨਮਾਨ ਤੇ ਸਤਿਕਾਰ ਸਹਿਤ ਫਤਿਹ ਦੀ ਸਾਂਝ ਕਰੀਏ। ਸਮੂਹ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਜਿਨ੍ਹਾਂ ਦੇ ਪਾਵਨ ਪਵਿੱਤਰ ਬਚਨਾਂ ਨੂੰ ਆਪ ਨੇ ਸਰਵਣ ਕੀਤਾ ਹੈ ਤੇ ਸਤਿਗੁਰਾਂ ਦੀ ਰਹਿਮਤ ਦੇ ਸਦਕਾ ਇਹ ਜੋ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਕਥਾ ਆਰੰਭ ਹੋਈ ਆ। ਪਹਿਲਾ ਰਾਗ ਹੈ ਸ੍ਰੀ ਰਾਗ, ਤੇ ਸ੍ਰੀ ਰਾਗ ਦਾ ਇਹ ਤੀਸਰਾ ਸ਼ਬਦ ਆਪ ਨੇ ਸਰਵਣ ਕੀਤਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ। ਸੋ ਉਹਨਾਂ ਦੇ ਇਹ ਪਾਵਨ ਉਪਦੇਸ਼ ਜਿਹੜੇ ਇਸ ਰਾਗ ਦੇ ਰਾਹੀਂ ਉਹਨਾਂ ਨੇ ਸਾਡੇ ਸਾਹਮਣੇ ਰੱਖੇ ਨੇ, ਅਸੀਂ ਜੇ ਸਹੀ ਅਰਥਾਂ 'ਚ ਪਿਆਰਿਓ ਇਹਨਾਂ ਨੂੰ ਸਮਝ ਲਈਏ, ਸਤਿਗੁਰੂ ਦੀ ਕਿਰਪਾ ਦੇ ਪਾਤਰ ਬਣ ਜਾਵਾਂਗੇ। ਸਾਡਾ ਇਹ ਦਿਨ ਮਨਾਇਆ ਸਫਲਾ ਹੋ ਜਾਵੇਗਾ। ਗੁਰੂ ਪਾਤਸ਼ਾਹ ਜੀ ਨੇ ਇਸ ਪਾਵਨ ਸ਼ਬਦ ਦੇ ਰਾਹੀਂ ਇੱਕ ਉਸ ਭੁਲੇਖੇ ਦਾ ਜ਼ਿਕਰ ਕੀਤਾ, ਇੱਕ ਉਸ ਭਰਮ ਦਾ ਜ਼ਿਕਰ ਕੀਤਾ
ਜਿਸ ਭਰਮ ਤੋਂ ਸ਼ੈਨ ਦੀ ਕੋਈ ਬਚ ਸਕਿਆ ਹੋਵੇ ਉਹ ਵੀ ਸਤਿਗੁਰ ਦੀ ਕਿਰਪਾ ਦੇ ਨਾਲ। ਭਾਈ ਗੁਰਦਾਸ ਜੀ ਦਾ ਇੱਕ ਬਚਨ ਆਪਾਂ ਪੜ੍ਹਦੇ ਹਾਂ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਕਹਿੰਦੇ ਧੁੰਦ ਮਿਟ ਗਈ ਤੇ ਜਗ ਦੇ ਵਿੱਚ ਚਾਨਣ ਹੋ ਗਿਆ ਗੁਰੂ ਪਾਤਸ਼ਾਹ ਜੀ ਦੇ ਇਸ ਸੰਸਾਰ ਤੇ ਆਉਣ ਦੇ ਨਾਲ। ਇਹ ਧੁੰਦ ਕੈਸੀ ਏ? ਸੂਝਵਾਨ ਸਰੋਤੇ ਤੁਸੀਂ ਬੈਠੇ ਹੋ, ਆਪ ਨੂੰ ਸਮਝ ਵੀ ਹੋਵੇਗੀ। ਇਹ ਕੋਈ ਬਾਹਰੀ ਧੁੱਪ ਨਹੀਂ, ਬਾਹਰੀ ਧੁੰਦ ਨਹੀਂ, ਇਸ ਨੂੰ ਅਗਿਆਨਤਾ ਕਿਹਾ ਗਿਆ ਹੈ। ਅਗਿਆਨਤਾ ਦੀ ਧੁੰਦ। ਅਗਿਆਨਤਾ ਕਦੋਂ ਇਨਸਾਨ ਨੂੰ ਆਪਣੇ ਕਲਾਵੇ ਦੇ ਵਿੱਚ ਲੈਂਦੀ ਆ? ਜਦੋਂ ਮਨੁੱਖ ਸੱਚ ਤੋਂ ਦੂਰ ਹੋ ਜਾਂਦਾ ਹੈ। ਜਦੋਂ ਇਹ ਜੀਵ ਜਿਹੜੀ ਰਚਨਾ ਮਾਲਕ ਨੇ ਬਣਾਈ ਹੈ ਉਸ ਨੂੰ ਨਾ ਸਮਝ ਕੇ ਇਸ ਭੁਲੇਖੇ ਦੇ ਵਿੱਚ ਪੈ ਜਾਵੇ ਵੀ ਇਹ ਰਚਨਾ ਮਾਇਆ ਦੀ ਆ, ਮਾਲਕ ਨੂੰ ਵਿਸਾਰ ਦੇਵੇ, ਮਾਲਕ ਨੂੰ ਇਗਨੋਰ ਕਰ ਦੇਵੇ ਤੇ ਮਾਇਆ ਨੂੰ ਸਾਹਮਣੇ ਲੈ ਆਵੇ, ਅੱਗੇ ਲੈ ਆਵੇ। ਇਹ ਅਗਿਆਨਤਾ ਸੀ। ਜੇ ਵਰਤਮਾਨ ਸਮਾਂ ਵੇਖ ਲਈਏ ਤੇ ਅੱਜ ਵੀ ਇਨਸਾਨ ਇਸ ਅਗਿਆਨਤਾ ਦੇ ਵਿੱਚ ਹੀ ਹੈ। ਇਸੇ ਹੀ ਅਗਿਆਨਤਾ ਦਾ ਸਤਿਗੁਰੂ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਜ਼ਿਕਰ ਕੀਤਾ। ਮਨੁੱਖ ਨੇ ਮਾਲਕ ਨੂੰ ਛੱਡ ਦਿੱਤਾ ਤੇ ਮਾਇਆ ਦੇ ਨਾਲ ਗੰਢ ਤੁੱਪ ਕਰ ਲਈ। ਜੇ ਤੇ ਮਾਲਕ ਨਾਲ ਸਾਂਝ ਪਾ ਕੇ ਮਾਇਆ ਦੇ ਨਾਲ ਜੁੜਿਆ ਰਹਿੰਦਾ ਫਿਰ ਤੇ ਗੱਲ ਬਣਦੀ, ਫਿਰ ਤੇ ਠੀਕ ਸੀ। ਪਰ ਹੋਇਆ ਕਿ ਮਾਲਕ ਨੂੰ ਤਿਆਗ ਬੈਠਾ ਤੇ ਪਰਛਾਵੇਂ ਨੂੰ ਫੜਨ ਤੁਰ ਪਿਆ ਤੇ ਪਰਛਾਵਾਂ ਕਦੀ ਹੱਥ 'ਚ ਨਹੀਂ ਆਉਂਦਾ, ਕਿਉਂਕਿ ਮਾਇਆ ਨੂੰ ਮਾਲਕ ਦਾ ਪਰਛਾਵਾਂ ਕਿਹਾ ਗਿਆ ਹੈ। ਆਪ ਜੀ ਨੇ ਇੱਕ ਦ੍ਰਿਸ਼ਟਾਂਤ ਸਰਵਣ ਕੀਤਾ ਹੋਵੇਗਾ। ਇਸ ਪ੍ਰਸੰਗ ਦੇ ਮੁਤਾਬਕ, ਵਿਸ਼ੇ ਦੇ ਮੁਤਾਬਕ ਉਸ ਦ੍ਰਿਸ਼ਟਾਂਤ ਨੂੰ ਮੈਂ ਆਪ ਨਾਲ ਸਾਂਝਾ ਕਰਨਾ ਚਾਹੁੰਦਾ। ਮਾਲਕ ਤੇ ਮਾਇਆ, ਇਹਨਾਂ ਦੋਵਾਂ ਦੀ ਗੱਲਬਾਤ ਹੋ ਰਹੀ ਹੈ। ਇਸ ਤਰ੍ਹਾਂ ਗੁਰੂ ਘਰ ਦੇ ਅੰਦਰ ਸੰਗਤਾਂ ਵੇਖ ਕੇ, ਮੰਦਰਾਂ ਦੇ ਅੰਦਰ ਸ਼ਰਧਾਲੂ ਵੇਖ ਕੇ, ਮਸਜਿਦ ਦੇ ਅੰਦਰ ਸ਼ਰਧਾਲੂਆਂ ਨੂੰ ਵੇਖ ਕੇ, ਚਰਚ ਦੇ ਅੰਦਰ ਸ਼ਰਧਾਲੂਆਂ ਨੂੰ ਵੇਖ ਕੇ ਕਹਿੰਦੇ ਮਾਲਕ ਬੜਾ ਖੁਸ਼ ਹੈ। ਤੇ ਮਾਇਆ ਕਹਿਣ ਲੱਗੀ, ਮਾਲਕ ਜੀ ਕੀ ਗੱਲ ਹੈ, ਬੜੇ ਪ੍ਰਸੰਨ ਜੇ। ਤੇ ਮਾਲਕ ਜੀ ਕਹਿੰਦੇ, ਮਾਇਆ ਕਿਉਂ ਨਾ ਪ੍ਰਸੰਨ ਹੋਵਾਂ, ਵੇਖ ਮੇਰੇ ਬਣਾਏ ਹੋਏ ਜੀਵ ਕਿੰਨੀ ਮੇਰੀ ਪੂਜਾ ਤੇ ਆਰਾਧਨਾ ਕਰਦੇ ਆ। ਮਾਇਆ ਕਹਿਣ ਲੱਗੀ, ਮਾਲਕ ਜੀ ਗੁਸਤਾਖੀ ਮਾਫ, ਇਹ ਭੁਲੇਖਾ ਹੈ। ਅਸਲੀਅਤ ਤੇ ਹਕੀਕਤ ਕੁਝ ਹੋਰ ਹੈ, ਸਚਾਈ ਕੁਝ ਹੋਰ ਹੈ। ਇਹ ਗਿਣਤੀ ਨਾ ਵੇਖੋ, ਇਹਨਾਂ ਦੇ ਅੰਦਰਲੀ ਭਾਵਨਾ ਵੇਖੋ। ਭਾਵਨਾ ਕਿਸ ਨਾਲ ਜੁੜੀ ਹੈ? ਤੁਹਾਡੇ ਨਾਲ ਕਿ ਮੇਰੇ ਨਾਲ ਜੁੜੀ ਹੈ? ਮਾਲਕ ਨਾਲ ਜੁੜੀ ਹੈ ਕਿ ਮਾਇਆ ਦੇ ਨਾਲ ਜੁੜੀ ਹੈ? ਇਸ ਚੀਜ਼ ਨੂੰ ਪ੍ਰਤੱਖ ਕਰਨ ਦੇ ਵਾਸਤੇ ਮਾਲਕ ਤੇ ਮਾਇਆ ਦੋਵੇਂ ਧਰਤੀ ਤੇ ਆਏ ਨੇ। ਮਾਲਕ ਸ਼ਰਧਾਲੂ ਦੇ ਦਰ ਤੇ ਗਿਆ ਤੇ ਮਾਲਕ ਜੀ ਕਹਿਣ ਲੱਗੇ, ਮੈਂ ਤੇਰਾ ਮਾਲਕ ਹੈ, ਜਿਹਦੀ ਆਰਾਧਨਾ ਕਰਨ ਵਾਸਤੇ ਤੂੰ ਜਾਣਾ ਹੈ ਧਰਮ ਸਥਾਨ ਤੇ। ਖੁਸ਼ ਹੋਇਆ, ਆਓ ਜੀ, ਜੀ ਆਇਆਂ ਆਖਿਆ, ਘਰ ਦੇ ਅੰਦਰ ਬਿਠਾਇਆ ਤੇ ਮਾਲਕ ਜੀ ਨੇ ਇੱਕ ਬੇਨਤੀ ਕੀਤੀ। ਕਹਿਣ ਲੱਗੇ, ਭਾਈ ਤੇਰਾ ਘਰ ਬੜਾ ਆਲੀਸ਼ਾਨ ਹੈ, ਪਰ ਮੈਨੂੰ ਇੱਕ ਕਮਰਾ ਚਾਹੀਦਾ ਜਿਹੜਾ ਸਾਰਿਆਂ ਨਾਲੋਂ ਵਧੀਆ ਹੋਵੇ, ਜਿਹਦੇ ਵਰਗਾ ਕੋਈ ਹੋਰ ਨਾ ਹੋਵੇ। ਕਹਿੰਦਾ, ਮਾਲਕ ਜੀ ਸਾਰਾ ਘਰ ਹੀ ਤੁਹਾਡਾ ਹੈ। ਮਾਲਕ ਜੀ ਕਹਿਣ ਲੱਗੇ, ਸਾਰਾ ਘਰ ਨਹੀਂ ਚਾਹੀਦਾ, ਇੱਕ ਕਮਰਾ ਚਾਹੀਦਾ ਜਿਹੜਾ ਸਭ ਤੋਂ ਵਧੀਆ ਹੈ। ਮਿਲ ਗਿਆ।
ਇੰਨੇ ਚਿਰ ਨੂੰ ਮਾਇਆ ਆਪਣੇ ਵਿਲੱਖਣ ਰੂਪ ਦੇ ਵਿੱਚ ਆਈ, ਤੱਕ ਕੇ ਹੈਰਾਨ ਰਹਿ ਗਿਆ। ਸਾਰਾ ਤਨ ਸੋਨੇ ਨਾਲ ਮੜਿਆ, ਵੇਖ ਕੇ ਹੈਰਾਨ ਰਹਿ ਗਿਆ। ਜਦੋਂ ਤੱਕਿਆ ਮਾਇਆ ਨੂੰ, ਜਿਹੜੀ ਸੋਨੇ ਦੇ ਨਾਲ ਮੜੀ ਹੋਈ ਆ, ਉਹਨੂੰ ਪੁੱਛਣਾ ਕੀਤਾ ਸੇਵਾ ਦੇ ਬਾਰੇ। ਮੈਂ ਸੰਖੇਪ ਚਰਜ ਕਰਾਂ। ਮਾਤਾ ਜੀ ਕੋਈ ਸੇਵਾ? ਕਹਿਣ ਲੱਗੀ ਹਾਂ ਸੇਵਾ ਵੀ ਤੇਰੇ ਕੋਲ ਲਵਾਂਗੇ, ਤੇਰੇ ਘਰ ਰਵਾਂਗੇ ਵੀ, ਪਰ ਕਮਰਾ ਮੈਨੂੰ ਉਹ ਚਾਹੀਦਾ ਜਿਹੜਾ ਸਭ ਤੋਂ ਵਧੀਆ ਹੋਵੇ। ਹੁਣ ਦੁਬਿਧਾ 'ਚ ਫਸ ਗਿਆ ਵੀ ਇੱਕ ਬੰਨੇ ਮਾਲਕ ਹੈ, ਇੱਕ ਬੰਨੇ ਮਾਇਆ ਹੈ। ਮਾਲਕ ਦੇ ਨਾਲ ਵੀ ਵਾਅਦਾ ਕੀਤਾ ਹੈ ਤੇ ਹੁਣ ਮਾਇਆ ਵੀ ਆ ਗਈ ਏ। ਤੇ ਇਸ ਦੁਬਿਧਾ ਦੇ ਵਿੱਚੋਂ ਕਿਵੇਂ ਨਿਕਲਾਂ ਸੋਚਦਾ ਹੈ। ਅਖੀਰ ਕਹਿੰਦਾ ਮਨਾ, ਤੈਨੂੰ ਤਕਰੀਬਨ ਕਾਫੀ ਸਾਲ ਹੋ ਗਏ ਧਰਮ ਸਥਾਨ ਤੇ ਜਾਂਦਿਆਂ, ਮੰਗਦਾ ਤੇ ਮਾਇਆ ਹੀ ਹੈ ਨਾ। ਵੀ ਅੱਜ ਮਾਇਆ ਖੁਦ ਚੱਲ ਕੇ ਆ ਗਈ, ਛੱਡ ਪਰੇ, ਮਾਲਕ ਤੋਂ ਕੀ ਲੈਣਾ ਹੈ। ਕਹਿੰਦਾ ਮਾਇਆ ਜੀ ਤੁਸੀਂ ਥੋੜਾ ਜਿਹਾ ਰੁਕੋ ਇੱਥੇ, ਮੈਂ ਅਤਿਥੀ ਨੂੰ ਤੋਰ ਆਵਾਂ। ਗਿਆ, ਕਹਿਣ ਲੱਗਾ ਮਾਲਕ ਜੀ ਬੇਨਤੀ ਆ ਵੀ ਤੁਸੀਂ ਦੂਸਰੇ ਕਮਰੇ 'ਚ ਚਲੇ ਜਾਓ, ਇੱਕ ਹੋਰ ਮਹਿਮਾਨ ਆਇਆ, ਉਹਨਾਂ ਨੂੰ ਤੁਹਾਡੀ ਜਗ੍ਹਾ ਤੇ ਇੱਥੇ ਰੱਖਣਾ ਹੈ। ਮਾਲਕ ਜੀ ਕਹਿੰਦੇ ਉਹ ਭਾਈ ਤੂੰ ਤੇ ਮੇਰੇ ਨਾਲ ਵਾਅਦਾ ਕੀਤਾ ਹੈ, ਉਹ ਤੂੰ ਤੇ ਮੇਰੇ ਨਾਲ ਪ੍ਰੋਮਿਸ ਕੀਤੀ ਨਾ ਮਨੁੱਖਾਂ ਵਾਲੀ, ਵਾਅਦੇ ਤੋੜਨ ਵਾਲੀ। ਜਿਵੇਂ ਭਾਈ ਗੁਰਦਾਸ ਜੀ ਕਹਿੰਦੇ ਆ ਨਾ ਕਿ ਮਨੁੱਖ ਰੱਬ ਦੇ ਨਾਲ ਵਾਅਦਾ ਕਰਕੇ ਆਇਆ, ਅਸਨ ਬਸਨ ਸੰਗ ਲੀਨੇ ਆਓ ਬਚਨ ਕੀਨੇ, ਜਨਮ ਲੈ ਸਾਧ ਸੰਗ ਸ੍ਰੀ ਗੁਰ ਆਰਾਧ ਹੈ। ਹੇ ਮਾਲਕ ਜੀ ਮੈਨੂੰ ਆਹ ਕੁਝ ਚਾਹੀਦਾ, ਮੇਰੀਆਂ ਲੋੜਾਂ ਨੇ, ਮੈਂ ਦੁਨੀਆ ਤੇ ਜਾਣ ਲਈ ਤਿਆਰ ਹਾਂ, ਪਰ ਆਹ ਮੇਰੇ ਵਾਸਤੇ ਰੋਟੀ ਕੱਪੜਾ ਗੱਡੀਆਂ ਕਾਰਾਂ ਮਕਾਨ ਮੈਨੂੰ ਚਾਹੀਦਾ। ਮਾਲਕ ਨੇ ਸਾਰਾ ਪ੍ਰਬੰਧ ਕੀਤਾ ਤੇ ਇਹਦੇ ਬਦਲੇ ਕਹਿੰਦਾ ਮੈਂ ਦੁਨੀਆ ਤੇ ਜਾ ਕੇ ਤੇਰਾ ਨਾਮ ਜਪਾਂਗਾ। ਹੇ ਵਾਹਿਗੁਰੂ ਤੇਰੀ ਆਰਾਧਨਾ ਬੰਦਗੀ ਕਰਿਆ ਕਰਾਂਗਾ। ਪਰ ਹੋਇਆ ਕਿ ਇਹਾਂ ਆਏ ਦਾਤਾ ਬਿਸਰਾਏ, ਦਾਸੀ ਲਪਟਾਏ, ਪੰਚ ਦੂਤ ਭੂਤ ਭਰਮਤ ਅਸਾਧ ਹੈ। ਵਾਦਾ ਭੁੱਲ ਗਿਆ, ਮਾਲਕ ਭੁੱਲ ਗਿਆ, ਦਾਤਾਰ ਭੁੱਲ ਗਿਆ, ਦਾਤ ਪਿਆਰੀ ਲੱਗਣ ਲੱਗ ਪਈ। ਮਾਲਕ ਕਹਿੰਦੇ ਫਿਰ ਕੀਤੀ ਨਾ ਹੋਈ ਵਾਦਾ ਤੋੜਨ ਵਾਲੀ। ਕਹਿਣ ਲੱਗਾ ਜੀ ਕੀ ਕਰਾਂ, ਇੱਕ ਤੁਹਾਡੇ ਨਾਲੋਂ ਵੀ ਸ੍ਰੇਸ਼ਟ ਮਹਿਮਾਨ ਆਇਆ ਹੈ। ਰੱਬ ਜੀ ਨਹੀਂ ਮੰਨੇ। ਮਾਲਕ ਜੀ ਕਹਿੰਦੇ ਨਹੀਂ ਬਈ ਇਹ ਤੇ ਗੱਲ ਗਲਤ ਹੈ। ਇਹਨੇ ਫਿਰ ਬਾਂਹ ਫੜ ਲਈ ਮਾਲਕ ਦੀ, ਕਹਿੰਦਾ ਮਾਲਕ ਜੀ ਜੇ ਤੁਸੀਂ ਆਪਣੀ ਮਰਜ਼ੀ ਦੇ ਨਾਲ ਨਹੀਂ ਨਾ ਜਾਣਾ ਤੇ ਮੈਂ ਤੁਹਾਨੂੰ ਜ਼ਬਰਦਸਤੀ ਇੱਥੋਂ ਕੱਢਾਂਗਾ। ਬਾਂਹ ਪਕੜ ਕੇ ਕੱਢ ਰਿਹਾ ਏ। ਇੰਨੇ ਚਿਰ ਨੂੰ ਉੱਥੇ ਮਾਇਆ ਆ ਗਈ, ਵੇਖਦੀ ਆ ਮਾਲਕ ਵੱਲ। ਮਾਲਕ ਹੁਣ ਦੱਸ ਕਿਹਦੀ ਆਰਾਧਨਾ ਜ਼ਿਆਦੀ ਆ। ਪਰ ਉੱਥੇ ਇੱਕ ਗੱਲ ਬੜੀ ਕਮਾਲ ਦੀ ਮਾਇਆ ਨੇ ਕੀਤੀ, ਜੇ ਕਿਤੇ ਸਾਡੇ ਪੱਲੇ ਵੱਧ ਜਾਵੇ ਨਾ, ਜਿਹੜੀ ਗੁਰੂ ਨਾਨਕ ਸਾਹਿਬ ਸਮਝਾਉਣਾ ਚਾਹੁੰਦੇ ਨੇ, ਬਾਬਾ ਮਾਇਆ ਰਚਨਾ ਧੋ। ਧੋ ਕਹਿੰਦੇ ਨੇ ਧੋਖਾ, ਇਹ ਧੋਖਾ ਦਿੰਦੀ ਏ, ਮਾਇਆ ਧੋਖਾ ਕਰਦੀ ਏ। ਜੇ ਬੰਦਾ ਟੋਟਲੀ ਮਾਇਆ ਤੇ ਡਿਪੈਂਡੈਂਟ ਹੋ ਜਾਵੇ ਨਾ, ਟੋਟਲੀ, ਇਹ ਉਹਨੂੰ ਧੋਖਾ ਦੇ ਜਾਂਦੀ ਏ। ਸਿਕੰਦਰ ਬਾਦਸ਼ਾਹ ਨੂੰ ਧੋਖਾ ਦੇ ਦਿੱਤਾ। ਜ਼ਰ सिकंदर ने जमा कर कह दिया मैं हूं खुदा, वक्त आने पर कजा का सब लोग होने लगे जुदा, ढेर दौलत का लगाकर हाथ में लेकर जूं कहने लगे अगर तुझसे घर हो सके तो मुझको ले बचा। हे माया, हे दौलत, सारी जिंदगी मैं तेनू इकट्ठियां करदा रहा, मेरा साथ दे, तेरे वास्ते मैं जिंदगी कड्ढी आ, मैनू कुछ सवास नहीं तू दे सकदी। पर कहंदे नहीं, वो कहंदी नहीं बई मैं तेरी नहीं बन सकती, मेरे बनने वाले ते कई ने, मगर बाबा कबीर जी कहंदे आ ना, दुनिया ते एक ऐसी नार है जिहदा खसम मर जावे वो नहीं जे रोंदी। एक ऐसी नार जिहदा पति मर जावे, खसम मर जावे, ओहदियां अखां दे विचों अथरू नहीं जे निकलदे। खसम मरै नार ना रोवै, उस रखवारो औरो होवे, क्योंकि ਉਹਦੀ ਰਾਖੀ ਕਰਨ ਵਾਲੇ ਤੇ ਪਿੱਛੇ ਕਈ ਦਾਅਵੇਦਾਰ ਨੇ, ਇਹ ਮੇਰੀ ਆ, ਇਹ ਮੇਰੀ ਆ। ਸੋ ਮਾਇਆ ਨੇ ਬੜੀ ਕਮਾਲ ਦੀ ਗੱਲ ਕੀਤੀ, ਕਹਿੰਦੀ ਵੇ ਭੁੱਲੜਾ, ਵੇ ਮੂਰਖ ਇਨਸਾਨਾ, ਮੇਰਾ ਕਰਕੇ ਤੂੰ ਮਾਲਕ ਨੂੰ ਘਰੋਂ ਕੱਢਣ ਡਿਆ ਹੈ। ਇੱਕ ਗੱਲ ਚੇਤੇ ਰੱਖੀ, ਮੈਂ ਇਹਦਾ ਪਰਛਾਵਾਂ ਹੀ, ਜਿੱਥੇ ਮਾਲਕ ਜਾਵੇਗਾ ਟਿਕਾਂਗੀ ਉੱਥੇ ਹੀ, ਜਿੱਥੇ ਮਾਲਕ ਨਹੀਂ ਹੋਵੇਗਾ ਟਿਕਣਾ ਉੱਥੇ ਮੈਂ ਨਹੀਂ।
ਇਹ ਗੱਲ ਸਮਝ ਲਾ। ਜਿਨ੍ਹਾਂ ਨੇ ਪਿਆਰਿਓ ਇਹ ਗੱਲ ਸਮਝ ਲਈ, ਸਤਿਗੁਰੂ ਨਾਨਕ ਦੇਵ ਜੀ ਇਹੀ ਸਮਝਾ ਰਹੇ ਨੇ ਨਾ ਕਿ ਇਸ ਰਚਨਾ ਨੂੰ ਮਾਲਕ ਦੀ ਰਚਨਾ ਜਾਣ, ਨਾ ਕਿ ਮਾਇਆ ਦੀ ਰਚਨਾ। ਮਾਇਆ ਦੀ ਰਚਨਾ ਨਹੀਂ ਹੈਗੀ ਇਹ ਮਾਇਆ ਭਰਮ ਹੈ, ਇਹ ਮਾਇਆ ਭੁਲੇਖਾ ਹੈ। ਇਹ ਮਾਇਆ ਕਰਦੀ ਕੀ ਹੈ? ਸਾਹਿਬ ਕਹਿੰਦੇ ਨੇ ਮਨੁੱਖ ਨੂੰ ਦੁੱਖ ਹੀ ਦਿੰਦੀ ਆ। ਤੇ ਮਾਇਆ ਪਿਆਰਿਓ ਕੱਲਾ ਪੈਸਾ ਨਹੀਂ ਜੇ ਹੈਗਾ। ਭਾਈ ਕਾਹਨ ਸਿੰਘ ਨਾਭਾ ਜੀ ਨੇ ਇਹਦੇ 4-5 ਅਰਥ ਕੀਤੇ ਮਾਇਆ ਦੇ। ਮਾਇਆ ਇੱਕ ਮਾਤਾ ਨੂੰ ਵੀ ਕਹਿੰਦੇ ਆ, ਤੂੰ ਹਰ ਪਿਤਾ ਮਾਇਆ। ਹੇ ਮਾਲਕ ਜੀ, ਤੂੰ ਸਾਡਾ ਪਿਤਾ ਵੀ ਹੈ ਤੇ ਤੂੰ ਸਾਡੀ ਮਾਤਾ ਵੀ ਹੈ। ਸਪੈਲਿੰਗ ਉਹੀ ਨੇ ਮਾਇਆ ਦੇ, ਪਰ ਇੱਥੇ ਅਰਥ ਆਏ ਨੇ ਮਾਂ, ਮਾਤਾ। ਫਿਰ ਮਾਇਆ ਦਾ ਅਰਥ ਹੈ ਪ੍ਰਮਾਤਮਾ ਦੀ, ਉਸ ਵਾਹਿਗੁਰੂ ਦੀ ਉਹ ਸ਼ਕਤੀ ਜਿਹਦੇ ਨਾਲ ਉਹ ਇਸ ਸ੍ਰਿਸ਼ਟੀ ਦੀ ਸਿਰਜਣਾ ਕਰਦਾ। ਇਹਦੇ ਵਾਸਤੇ ਵੀ ਜਿਵੇਂ ਏਕਾ ਮਾਈ ਜੁਗਤ ਵਿਆਈ, ਇੱਥੇ ਮਾਈ ਸ਼ਬਦ ਵਰਤਿਆ ਇਹਦੇ ਵਾਸਤੇ। ਫਿਰ ਮਾਇਆ ਕਹਿੰਦੇ ਨੇ ਝੂਠ ਨੂੰ, ਧੋਖੇ ਨੂੰ, ਫਰੇਬ ਨੂੰ, ਇਹਦੇ ਵਾਸਤੇ ਵੀ ਇਹ ਸ਼ਬਦ ਆਏ ਨੇ। ਮਾਇਆ ਦੇ ਕਈ ਅਰਥ ਨੇ, ਪ੍ਰਕਰਮ ਦੇ ਮੁਤਾਬਕ ਇਹਦੇ ਅਰਥ ਹੁੰਦੇ ਨੇ। ਕਈ ਰੂਪ ਨੇ ਇਸ ਮਾਇਆ ਸ਼ਬਦ ਦੇ ਗੁਰਬਾਣੀ ਦੇ ਅੰਦਰ ਆਏ। ਤੇ ਇੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਦਾ ਅਰਥ ਜੋ ਲਿਆ ਏ, ਕਹਿੰਦੇ ਵੀ ਇਹ ਫਰੇਬ ਕਰਦੀ ਏ, ਧੋਖਾ ਕਰਦੀ ਏ। ਆਓ ਸਤਿਗੁਰੂ ਜੀ ਦੇ ਇਸ ਪਾਵਨ ਗੁਰਪੁਰਬ ਦੇ ਦਿਹਾੜੇ ਤੇ ਸਾਹਿਬਾਂ ਦੇ ਇਸ ਪਾਵਨ ਬਚਨ ਦੀ ਵਿਚਾਰ ਕਰੀਏ, ਇਹਦੇ ਨਾਲ ਜੁੜਨਾ ਕਰੀਏ ਤੇ ਕੁਝ ਨਾ ਕੁਝ ਜ਼ਿੰਦਗੀ ਨੂੰ ਰੌਸ਼ਨੀ ਦਈਏ ਗੁਰਮਤਿ ਦੀ ਇਸ ਕਸਵੱਟੀ ਦੇ ਸਾਹਮਣੇ। ਸਾਡੇ ਜੀਵਨ ਨੂੰ ਕੋਈ ਚਾਨਣ ਮਿਲੇ, ਰੌਸ਼ਨੀ ਮਿਲੇ, ਬੜੀ ਖੁਸ਼ੀ ਹੁੰਦੀ ਏ। ਬੜੇ ਗੁਰਮੁਖਾਂ ਨੇ, ਪਿਆਰਿਆਂ ਨੇ ਬਾਹਰ ਰੌਸ਼ਨੀ ਕੀਤੀ ਹੈ, ਬੜਾ ਵਧੀਆ ਅਸਥਾਨ ਲੱਗਦਾ ਹੈ। ਪਰ ਸਤਿਗੁਰ ਕਹਿੰਦੇ ਅੰਦਰ ਵੀ ਝਾਤੀ ਮਾਰ ਭਾਈ, ਅੰਦਰ ਵੀ ਦੀਵਾ ਬਾਲ ਲਾ, ਅੰਦਰ ਵੀ ਚਾਨਣ ਕਰ ਲਾ, ਅੰਦਰ ਕਿਤੇ ਹਨੇਰਾ ਹੀ ਨਾ ਬਣਿਆ ਰਵੇ, ਧੁੰਦ ਹੀ ਨਾ ਬਣੀ ਰਵੇ। ਅਸੀਂ ਉਸ ਧੁੰਦ ਨੂੰ ਦੂਰ ਕਰਨਾ, ਉਸ ਹਨੇਰੇ ਨੂੰ ਦੂਰ ਕਰਨਾ। ਬਾਹਰ ਦੀਵੇ ਆਪਾਂ ਬਾਲ ਆਏ ਆ, ਇੱਥੇ ਆਪਾਂ ਦੀਵਾ ਸਤਿਗੁਰ ਦੀ ਇਸ ਮਹਾਨ ਅੰਮ੍ਰਿਤਮਈ ਬਾਣੀ ਦੇ ਜਰੀਏ ਆਪਣੇ ਹਿਰਦੇ ਦੇ ਵਿੱਚ ਬਾਲਣ ਦੀ ਕੋਸ਼ਿਸ਼ ਕਰਨੀ ਹੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹੱਲਾ ਪਹਿਲਾ। ਲੇਖੇ ਬੋਲਣ ਬੋਲਣਾ, ਲੇਖੇ ਖਾਣਾ ਖਾਓ, ਲੇਖੇ ਵਾਟ ਚਲਾਈ ਐ, ਲੇਖੇ ਸੁਣ ਵੇਖਾਓ। ਸ੍ਰੀ ਰਾਗ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪਵਿੱਤਰ ਬਚਨ, ਜਿਸ ਦੀਆਂ ਰਹਾਉ ਦੀਆਂ ਪੰਕਤੀਆਂ ਨੇ, ਬਾਬਾ ਮਾਇਆ ਰਚਨਾ ਧੋ, ਅੰਧੈ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਇਹ ਚ ਸਾਰ ਤੱਤ ਹੈ, ਜਿਹਨੂੰ ਆਪਾਂ ਸਿੱਟਾ ਕਹਿ ਦਈਏ ਸਮੁੱਚੇ ਸ਼ਬਦ ਦਾ। ਇਸ ਦੇ ਅੰਦਰ ਸਤਿਗੁਰਾਂ ਨੇ ਬੰਦ ਕੀਤਾ। ਮਾਲਕ ਕਹਿਣ ਲੱਗੇ ਭਾਈ ਮਾਇਆ ਰਚਨਾ ਧੋ, ਇਹ ਜਿਹੜੀ ਮਾਇਆ ਦੀ ਰਚਨਾ ਹੈ ਇਹ ਧੋਖਾ ਕਰਦੀ ਏ, ਇਹ ਫਰੇਬ ਕਰਦੀ ਏ। ਅੰਧੈ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਸਾਹਿਬ ਕਹਿੰਦੇ ਨੇ ਮਨੁੱਖ ਅੰਨਾ ਹੋ ਗਿਆ। ਅੰਨਾ ਹੁਣ ਕਿਹਨੂੰ ਕਹਿੰਦੇ? ਜਿਹਨੂੰ ਕੁਝ ਨਜ਼ਰ ਨਾ ਆਉਂਦਾ ਹੋਵੇ। ਇਹ ਬਾਹਰੀ ਦ੍ਰਿਸ਼ਟੀ ਦਾ ਜ਼ਿਕਰ ਨਹੀਂ ਕੀਤਾ ਸਤਿਗੁਰਾਂ ਨੇ, ਅੰਦਰਲੀ ਦ੍ਰਿਸ਼ਟੀ ਦਾ ਜ਼ਿਕਰ ਕੀਤਾ। ਜਿਹਨੂੰ ਸੱਚ ਝੂਠ ਦੀ ਪਰਖ ਨਾ ਕਰਨੀ ਆਉਂਦੀ ਹੋਵੇ, ਸਾਹਿਬ ਕਹਿੰਦੇ ਉਹ ਅੰਨਾ ਹੈ। ਜਿਸ ਨੇ ਮਾਇਆ ਨੂੰ ਸਭ ਕੁਝ ਸਮਝ ਲਿਆ, ਸਾਹਿਬ ਕਹਿੰਦੇ ਉਹ ਅੰਨਾ ਹੈ। ਮੈਂ ਇੱਕ ਹੋਰ ਬੇਨਤੀ ਇੱਥੇ ਗੁਰਮੁਖੋ ਕਰ ਦੇਵਾਂ। ਅਸੀਂ ਇਹ ਨਹੀਂ ਕਹਿ ਸਕਦੇ ਕਿ ਮਨੁੱਖ ਦੇ ਕੋਲ ਗਿਆਨ ਨਹੀਂ ਹੈਗਾ। ਮਨੁੱਖ ਅਨਪੜ੍ਹ ਨਹੀਂ ਜੇ, ਬੜਾ ਗਿਆਨ ਹੈ, ਬੜਾ ਗਿਆਨਵਾਨ ਹੈ ਅੱਜ ਦਾ ਇਨਸਾਨ। ਅਨਪੜ੍ਹਤਾ ਨਹੀਂ ਹੈਗੀ। ਪਤਾ ਨਹੀਂ ਕਿੰਨੇ ਕ ਐਜੂਕੇਸ਼ਨ ਇੰਸਟੀਟਿਊਟ ਥਾਂ ਥਾਂ ਤੇ ਖੁੱਲੇ ਨੇ ਜਿਹੜੇ ਮਨੁੱਖ ਨੂੰ ਗਿਆਨ ਦੇ ਰਹੇ ਆ, ਪਰ ਫਰਕ ਹੈ ਗਿਆਨ ਗਿਆਨ ਦਾ। ਇਹ ਪਦਾਰਥ ਦਾ ਗਿਆਨ ਦਿੱਤਾ ਜਾ ਰਿਹਾ, ਪਦਾਰਥ ਦਾ। ਬੱਚੇ ਵੀ ਬੜੇ ਚਤੁਰ ਨੇ, ਬੜੇ ਇੰਟੈਲੀਜੈਂਟ ਨੇ, ਬੜਾ ਦਿਮਾਗ ਹੈ ਬੱਚਿਆਂ ਦੇ ਕੋਲ। ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਬੱਚੇ ਜਾਂ ਅੱਜ ਦਾ ਇਨਸਾਨ ਉਹਦੇ ਕੋਲ ਦਿਮਾਗ ਨਹੀਂ ਹੈਗਾ। ਬੜੇ ਟ੍ਰਿਕ ਨੇ। ਛੋਟੇ ਛੋਟੇ ਬੱਚੇ ਵੇਖੀਦੇ ਆ, ਵੱਡੇ ਵੇਖ ਕੇ ਹੈਰਾਨ ਰਹਿ ਜਾਂਦੇ ਆ। ਮੋਬਾਈਲ ਫੋਨ ਦਾ ਆਪਰੇਸ਼ਨ ਕਰ ਮਾਰਦੇ ਨੇ ਨਿੱਕੇ ਨਿੱਕੇ ਬੱਚੇ, ਇੰਨਾ ਗਿਆਨ ਉਹਨਾਂ ਦੇ ਕੋਲ।
ਇੰਨੀ ਸਮਝ ਹੈ। ਇੱਕ ਦ੍ਰਿਸ਼ਟਾਂਤ ਮੈਂ ਦੇਵਾਂ, ਕਿਸੇ ਗੁਰਮੁਖ ਦੀ ਗੱਲ ਹੈ। ਕਹਿੰਦਾ ਵੀ ਦੁਨੀਆ ਤੇ ਮਾਤਾ ਪਿਤਾ ਆਪਣੇ ਬੱਚੇ ਨੂੰ ਦੁਨੀਆਦਾਰੀ ਸਿਖਾਉਂਦੇ ਆ, ਬੇਅੰਤ ਦੁਨੀਆਦਾਰੀ ਸਿਖਾ ਦਿੰਦੇ ਆ, ਤੇ ਧਰਮ ਤੋਂ ਵਾਂਝਾ ਉਸ ਬੱਚੇ ਨੂੰ ਰੱਖ ਦਿੰਦੇ ਆ ਦੁਨੀਆਦਾਰੀ ਸਿਖਾਉਂਦੇ ਸਿਖਾਉਂਦੇ। ਉਹ ਕਹਿੰਦਾ ਮੈਂ ਇੱਕ ਦੁਕਾਨ ਤੇ ਗਿਆ, ਤੇ ਉਹ ਦੁਕਾਨ ਸੀ ਜੁੱਤੀਆਂ ਵੇਚਣ ਵਾਲੇ ਦੀ। ਆਂਦਾ ਜਦੋਂ ਮੈਂ ਦੁਕਾਨ ਤੇ ਪਹੁੰਚਿਆ ਤੇ ਦੁਕਾਨ ਦਾ ਮਾਲਕ ਹੈ ਤੇ ਨਾਲ ਉਹਦਾ ਬੇਟਾ ਛੋਟਾ ਜਿਹਾ 10 ਕੁ ਸਾਲ ਦੀ ਉਹਦੀ ਉਮਰ ਹੈ। ਉਹ ਵੀ ਆਪਣੇ ਪਿਤਾ ਦੇ ਨਾਲ ਹੈਲਪ ਕਰ ਰਿਹਾ, ਛੁੱਟੀ ਹੈ ਸਕੂਲੋਂ, ਤੇ ਪਿਤਾ ਜੀ ਦੇ ਨਾਲ ਹੱਥ ਵਟਾ ਰਿਹਾ ਹੈ। ਕਹਿੰਦਾ ਮੈਂ ਵੀ ਜਾ ਕੇ ਬੈਠ ਗਿਆ, ਤੇ ਬੱਚਾ ਇੱਕ ਗਾਹਕ ਦੇ ਨਾਲ ਡੀਲ ਕਰਦਾ ਹੈ। ਉਹਨੇ ਉਹਨੂੰ ਕੋਈ ਜੋੜਾ ਵਿਖਾਇਆ, ਜੁੱਤੀ ਵਿਖਾਈ, ਉਹਨੂੰ ਪਸੰਦ ਆ ਗਈ ਤੇ ਉਹ ਲੈ ਗਿਆ। ਪਿਤਾ ਜੀ ਕਹਿਣ ਲੱਗੇ ਪੁੱਤਰ ਜੁੱਤੀ ਲੈ ਗਿਆ ਉਹ? ਕਹਿੰਦਾ ਜੀ ਹਾਂਜੀ ਪਿਤਾ ਜੀ। ਕਿੰਨੇ ਪੈਸੇ ਦੇ ਗਿਆ? ਆਂਦਾ ਪਿਤਾ ਜੀ ਉਹ ਉਧਾਰ ਕਰ ਗਿਆ ਹੈ, ਪੈਸੇ ਨਹੀਂ ਦੇ ਕੇ ਗਿਆ। ਤੇ ਕਹਿਣ ਲੱਗੇ ਬੇਟਾ ਤੂੰ ਮੈਨੂੰ ਪੁੱਛ ਲੈਨੋ, ਮੈਂ ਇੱਥੇ ਬੈਠਾ, ਤੂੰ ਅਜੇ ਛੋਟਾ ਬੱਚਾ ਹੈ, ਇਹਦਾ ਵਿਹਾਰ ਚੰਗਾ ਨਹੀਂ, ਹੁਣ ਪੈਸੇ ਆਉਣੇ ਨਹੀਂਗੇ, ਤੂੰ ਮੈਨੂੰ ਤੇ ਕਮ ਸੇ ਕਮ ਪੁੱਛ ਲੈਨੋ, ਮੈਨੂੰ ਪਤਾ ਇਹਦੀ ਨੇਚਰ ਦਾ, ਇਹਦੇ ਸੁਭਾਅ ਦਾ ਵੀ ਇਹਦਾ ਵਿਹਾਰ ਚੰਗਾ ਨਹੀਂ ਹੈਗਾ। ਕਹਿਣ ਲੱਗਾ ਪਿਤਾ ਜੀ ਮੰਮੀ ਤੁਹਾਡਾ ਹੀ ਪੁੱਤਰ ਆ, ਇਹ ਹੁਣੇ ਆਇਆ ਲਿਓ, ਜਾਂ ਤੇ ਪੈਸੇ ਵਾਪਸ ਲੈ ਕੇ ਆਵੇਗਾ ਜਾਂ ਜੁੱਤੀ ਲੈ ਕੇ ਆਵੇਗਾ। ਕਹਿਣ ਲੱਗੇ ਪੁੱਤਰਾ ਤੂੰ ਕੀਤਾ ਕੀ? ਹੁਣ ਵੇਖੋ ਦੁਨੀਆਦਾਰੀ ਦੇ ਤੌਰ ਤੇ, ਕਾਰੋਬਾਰ ਦੇ ਤੌਰ ਤੇ ਬੱਚਾ ਬੜਾ ਚੇਤੰਨ ਹੋ ਗਿਆ। ਕਹਿਣ ਲੱਗੇ ਪੁੱਤਰਾ ਤੂੰ ਕੀਤਾ ਕੀ? ਆਂਦਾ ਪਿਤਾ ਜੀ ਮੈਂ ਦੋਵੇਂ ਸੱਜੇ ਪੈਰ ਪਾ ਦਿੱਤੇ ਨੇ, ਖੱਬਾ ਤੇ ਪਾਇਆ ਹੀ ਨਹੀਂ, ਉਹਦੇ ਕਿਸੇ ਕੰਮ ਨਹੀਂ ਆਉਣਾ ਇਹ ਜੋੜਾ, ਦੋਵੇਂ ਸੱਜੇ ਹੀ ਪਾਤੇ ਨੇ, ਦੋਵੇਂ ਰਾਈਟ ਸਾਈਡ ਦੇ ਜੋੜੇ ਪਾ ਦਿੱਤੇ। ਉਹ ਗੁਰਮੁਖ ਕਹਿੰਦਾ ਮੈਂ ਉਹਦਾ ਉੱਤਰ ਸੁਣ ਕੇ ਹੈਰਾਨ ਰਹਿ ਗਿਆ ਵੀ ਛੋਟਾ ਜਿਹਾ ਬੱਚਾ 10 ਸਾਲ ਦਾ ਇੰਨਾ ਤੇਜ਼ ਦੁਨੀਆਦਾਰੀ ਦੇ ਤੌਰ ਤੇ। ਕਹਿੰਦੇ ਮੈਂ ਉਹਨੂੰ ਆਵਾਜ਼ ਮਾਰੀ ਪੁੱਤਰਾ ਮੇਰੇ ਕੋਲ ਆ, ਦਿਲ ਖੁਸ਼ ਕੀਤਾ ਈ, ਇੰਨੀ ਸਮਝ ਹੈ ਤੈਨੂੰ, ਇੰਨੀ ਸੂਝ ਹੈ, ਇੰਨੇ ਟ੍ਰਿਕ ਨੇ ਤੇਰੇ ਕੋਲ, ਮੈਨੂੰ ਇਹ ਦੱਸ ਤੈਨੂੰ ਜਪਜੀ ਸਾਹਿਬ ਦਾ ਪਾਠ ਆਉਂਦਾ ਈ? ਕਹਿੰਦੇ ਬੋਲਿਆ ਤੇ ਕੁਝ ਨਾ, ਸਿਰ ਹਿਲਾਇਆ, ਕਹਿੰਦਾ ਜੀ ਨਹੀਂ। ਆਂਦੇ ਫਿਰ ਮੈਂ ਪੁੱਛਿਆ 5 ਪੌੜੀਆਂ ਦਾ ਪਾਠ ਆਉਂਦਾ ਹੀ? ਕਹਿੰਦਾ ਜੀ ਨਹੀਂ। ਆਂਦੇ ਫਿਰ ਮੈਂ ਪੁੱਛਿਆ 10 ਗੁਰੂਆਂ ਦੇ ਨਾਂ ਚੇਤੇ ਹੀ? ਕਹਿੰਦਾ ਜੀ ਨਹੀਂ। ਕਹਿੰਦੇ ਮੈਂ ਪੁੱਛਦਾ ਗਿਆ ਤੇ ਉਹ ਅੱਗੋਂ ਨਹੀਂ ਕਰਦਾ ਗਿਆ। ਮੈਂ ਫਿਰ ਉਹਦੇ ਪਿਤਾ ਜੀ ਦੇ ਕੋਲ ਗਿਆ, ਭਾਈ ਸਾਹਿਬ ਜੀ ਆਪਣੇ ਬੇਟੇ ਨੂੰ ਤੁਸੀਂ ਦੁਨੀਆਦਾਰੀ ਬਹੁਤ ਸਿਖਾ ਦਿੱਤੀ, ਪਰ ਕਿਤੇ ਨਾਲ ਇਹ ਵੀ ਇਹਨੂੰ ਅਸੀਸ ਦਿੱਤੀ ਹੁੰਦੀ, ਪੂਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਅੱਜ ਇਹ ਇਸ ਤਰ੍ਹਾਂ ਸਿਰ ਨਾ ਮਾਰਦਾ, ਇਹਨੂੰ ਧਰਮ ਦੀ ਪੜ੍ਹਾਈ ਵੀ ਕਰਵਾਉਂਦੇ ਹੋ, ਇਹਨੂੰ ਮਾਲਕ ਦੇ ਨਾਲ ਵੀ ਜੋੜ ਦਿਓ, ਮਾਇਆ ਦੇ ਨਾਲ ਤੇ ਤੁਸਾਂ ਬਹੁਤ ਜੋੜਿਆ। ਤੇ ਸਤਿਗੁਰੂ ਜੀ ਇਹੀ ਸਮਝਾਉਂਦੇ ਆ ਪਿਆਰਿਓ, ਜਿਨਨੇ ਤੁਹਾਡਾ ਸਾਥ ਦੇਣਾ ਉਹ ਮਾਲਕ ਜੇ, ਮਾਇਆ ਨਹੀਂ ਜੀ ਹੈਗੀ। ਮਾਇਆ ਸਾਥ ਦੇਣ ਵਾਲੀ ਨਹੀਂ ਗੀ, ਸਾਥ ਦੇਣਾ ਮਾਲਕ ਨੇ ਹਰ ਥਾਂ ਤੇ। ਜਿੱਥੇ ਵੀ ਕੋਈ ਮੁਸ਼ਕਲ ਹੈ ਉੱਥੇ ਮਾਲਕ ਨੇ ਸਾਥ ਦੇਣਾ। ਪਰ ਇਸ ਭੁਲੇਖੇ ਨੂੰ ਮਨੁੱਖ ਸਮਝਦਾ ਹੀ ਨਹੀਂ, ਇਸ ਭਰਮ ਨੂੰ ਮਨੁੱਖ ਸਮਝਦਾ ਹੀ ਨਹੀਂਗਾ ਵੀ ਅਸਲ ਹਕੀਕਤ ਕੀ ਏ ਤੇ ਝੂਠ ਕੀ ਏ। ਸੋ ਸਤਿਗੁਰ ਕਹਿੰਦੇ ਨੇ ਬਾਬਾ ਮਾਇਆ ਰਚਨਾ ਤੋਂ ਅੰਧੇ ਨਾਮ ਵਿਸਾਰਿਆ, ਨਾ ਤਿਸ ਇਹ ਨਾ ਉਹ। ਅੰਨੇ ਮਨੁੱਖ ਨੇ ਨਾਮ ਨੂੰ ਭੁਲਾ ਦਿੱਤਾ, ਤੇ ਨਾ ਤੇ ਇਹ ਜਗਤ ਬਣਿਆ ਤੇ ਨਾ ਹੀ ਇਹਦਾ ਮਾਲਕ ਬਣ ਸਕਿਆ। ਮਾਲਕ ਵਾਸਤੇ ਟਾਈਮ ਹੀ ਨਹੀਂ ਕੱਢਿਆ। ਨਾ ਤਿਸ ਇਹ ਨਾ ਉਹ, ਨਾ ਇਹ ਬਣੀ ਤੇ ਨਾ ਮਾਲਕ ਬਣਿਆ। ਜਿਵੇਂ ਬਾਬਾ ਕਬੀਰ ਜੀ ਕਹਿੰਦੇ ਨਾ, ਕਬੀਰ ਦੀਨ ਗਵਾਇਆ ਦੁਨੀ ਸਿਓ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਆਪ। ਕਹਿੰਦੇ ਸੇਮ ਹੀ ਪੋਜੀਸ਼ਨ ਹੈ, ਦੀਨ ਵੀ ਗਵਾਚ ਗਿਆ ਤੇ ਦੁਨੀ ਵੀ ਨਾਲ ਨਹੀਂ ਨਿਭੀ। ਨਾ ਤਿਸ ਇਹ ਨਾ ਉਹ, ਨਾ ਇਹ ਬਣੀ, ਨਾ ਮਾਲਕ ਬਣਿਆ, ਨਾ ਮਾਇਆ ਬਣੀ। ਸੋ ਸਤਿਗੁਰੂ ਜੀ ਅੱਗੇ ਕਿਰਪਾ ਕਰਦੇ ਨੇ, ਲੇਖੇ ਸਾਹ ਬਲਾਈ ਹੈ
ਪੜੇ ਕੇ ਪੂਛਣ ਜਾਓ। ਸਤਿਗੁਰ ਕਹਿੰਦੇ ਨੇ ਭਾਈ ਤੇਰੀ ਜ਼ਿੰਦਗੀ ਦੀ ਇੱਕ ਸੀਮਾ ਹੈ, ਇੱਕ ਲਿਮਟ ਹੈ। ਤੇਰੇ ਬੋਲਣ ਦੀ ਵੀ ਇੱਕ ਲਿਮਟ ਹੈ। ਲੇਖਾ ਹੈ ਬੋਲਣਾ, ਲੇਖਾ ਹੈ ਖਾਣਾ ਖਾਓ। ਖਾਣ ਦੀ ਵੀ ਇੱਕ ਸੀਮਾ ਹੈ ਤੇ ਬੋਲਣ ਦੀ ਵੀ ਇੱਕ ਸੀਮਾ ਹੈ। ਜਿਹੜੀ ਉਹ ਮਰਜ਼ਾਦਾ ਜਿਸ ਦੇ ਨਾਲ ਇਹ ਸਾਰੀ ਸ੍ਰਿਸ਼ਟੀ ਚੱਲਦੀ ਹੈ ਨਾ, ਹਰ ਚੀਜ਼ ਦੀ ਇੱਕ ਲਿਮਟ ਹੈ, ਇੱਕ ਸੀਮਾ ਮਾਲਕ ਨੇ ਬਣਾ ਦਿੱਤੀ। ਕਹਿੰਦੇ ਭਲਿਆ ਜੇ ਤੇਰੇ ਬੋਲਣ ਦੀ ਸੀਮਾ ਹੈ, ਤੇਰੇ ਕੋਲ ਗਿਣਤੀ ਮਿੰਤੀ ਦੇ ਬੋਲ ਨੇ, ਚੰਗਾ ਬੋਲਿਆ ਕਰ, ਵਧੀਆ ਬੋਲਿਆ ਕਰ। ਆਪਾਂ ਅਗਲੇ ਸ਼ਬਦ ਦੇ ਵਿੱਚ ਇਹ ਬਚਨ ਪੜਾਂਗੇ, ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ। ਸਾਹਿਬ ਕਹਿੰਦੇ ਭਲਿਆ ਬੋਲਾਂ ਨੂੰ ਆਪਣੇ ਸੁਧਾਰ ਲਾ। ਤੇਰੇ ਬੋਲ ਚੰਗੇ ਹੋਣੇ ਚਾਹੀਦੇ ਨੇ, ਕਿਉਂਕਿ ਬੋਲਾਂ ਦੀ ਇੱਕ ਸੀਮਾ ਹੈ, ਬੋਲ ਗਿਣਤੀ ਮਿੰਤੀ ਦੇ ਨੇ। ਇਸ ਕਰਕੇ ਇਹੋ ਜਿਹੇ ਬੋਲ ਬੋਲਿਆ ਕਰ, ਸੁਣਨ ਵਾਲੇ ਦਾ ਹਿਰਦਾ ਜਿਹੜਾ ਹੈ ਨਾ, ਉਹ ਤੇਰੇ ਬੋਲਾਂ ਦੇ ਕਰਕੇ ਵਿੰਨਿਆ ਜਾਵੇ। ਸੋ ਸਾਰਿਆਂ ਦਾ ਧੰਨਵਾਦ ਹੈ, ਆਪ ਸੰਗਤਾਂ ਦਾ ਵੀ। ਭੁੱਲਾਂ ਚੁੱਕਾਂ ਦੀ ਖਿਮਾ ਕਰਦੇ ਨੇ। ਫਤਿਹ ਬੁਲਾਓ ਜੀ, ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ ਗੁਰ ਵਿਚਾਰ, ਕਰੀਏ ਗੁਰ ਵਿਚਾਰ, ਨਾਨਕ ਬੇੜੀ ਸੱਚ ਕੀ। ਕਰੀਏ